ਨਿਆਂ ਤੋਂ ਬਿਨਾ ਕੁਝ ਨਹੀਂ ਕਰਾਂਗਾ। ਤੇ ਰੱਬ ਦੀ ਕਿਤੇ ਕਹਿ ਲੋ ਕਿ ਦ੍ਰਿਸ਼ਟੀ ਸਵੱਲੀ ਸੀ, ਇਹ ਹਿਰਦੇ 'ਚ ਘਰ ਕਰ ਗਈ ਗੱਲ ਕਿ ਜਦੋਂ ਤੂੰ ਦਾਤਾ ਏ, ਤੂੰ ਦੇਣ ਵਾਲਾ ਏ, ਮੇਰਾ ਕੰਮ ਹੈ ਸੇਵਾ ਕਰੀ ਜਾਣਾ। ਜਿਵੇਂ ਕਿਰਸਾਨ ਜਿਹੜਾ ਇਹ ਫਸਲ ਬੋ ਦਿੰਦਾ, ਫਿਰ ਗੜੇਮਾਰੀ ਹੋ ਜੇ ਨਾ ਹੋ ਜੇ, ਘੱਟ ਨਿਕਲੇ ਵੱਧ ਨਿਕਲੇ, ਰੋਂਦਾ ਤੇ ਉਹ ਇਹ ਜਿਹੜਾ ਸਿੱਖ ਨਹੀਂ ਹੈ ਤੇ ਭਾਣੇ 'ਚ ਨਹੀਂ ਹੈ, ਉਹ ਰੋਂਦਾ ਏ। ਚਲੋ ਉਹਨਾਂ ਨੇ ਮਾਇਆ ਨਾ ਦਿੱਤੀ, ਸੰਸਾਰੀ ਮਾਇਆ ਦਾ ਹਿਸਾਬ ਲਾਈਏ ਇੰਡੀਆ ਦੀ ਦਾ ਤੇ ਕੋਈ 2, 4, 5 ਲੱਖ ਹੋਏਗੀ, ਸ਼ਾਇਦ ਵੱਧ ਹੋਏਗੀ, 6-7 ਮਹੀਨੇ ਗਿਣੀ ਤੇ ਅਸੀਂ ਕਦੀ ਹੈ ਨਹੀਂ। ਆਪੇ ਜੇ ਹਿਸਾਬ ਲਾ ਲਿਓ, 4-5 ਹਜ਼ਾਰ ਡਾਲਰ ਬਣਦਾ ਸੀ ਟਰੱਕ ਚਲਾ ਕੇ। ਦੂਜੀ ਨੌਕਰੀ ਤੇ ਚਲੇ ਗਏ, ਦੂਜਾ ਖਸਮ ਉਹਦੇ ਤੋਂ ਵੀ ਡਾਢਾ, ਉਹਨੇ ਵੀ ਨਾ ਦੇਣੀ, ਅਸੀਂ ਕੰਮ ਕਰੀ ਜਾਣਾ। ਸਾਨੂੰ ਸਿੰਘ ਇੱਕ ਮਿਲਿਆ, ਉਹ ਕਹਿਣ ਲੱਗਾ ਬਾਬਾ ਜੀ ਤੁਹਾਨੂੰ ਮੈਂ ਇੱਕ ਜੁਗਤੀ ਦੱਸ ਦਿੰਦਾ। ਅਸੀਂ ਸੋਚਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗਤੀਆਂ ਦੱਸਦੇ ਨੇ ਰੱਬ ਨਾਲ ਜੁੜਨ ਦੀਆਂ, ਇੱਦਾਂ ਸ਼ਾਇਦ ਇਹਨਾਂ ਕੋਲ ਪੈਸੇ ਲੈਣ ਦੀ ਵੀ ਕੋਈ ਜੁਗਤੀ ਹੋਏਗੀ। ਅਸੀਂ ਕਿਹਾ ਜੁਗਤੀਆਂ ਤਾਂ ਸਾਨੂੰ ਬੜੀਆਂ ਉਹਨੇ ਸਮਝਾਈਆਂ, ਤੇ ਜੁਗਤੀਆਂ ਸਾਨੂੰ ਰਮਜਾਂ ਜੁਗਤੀਆਂ ਇਹ ਬਹੁਤ ਆਨੰਦਮਈ ਲੱਗਦੀਆਂ, ਤੂੰ ਦੱਸ। ਕਹਿੰਦਾ ਰੋਈ ਜਾਈਦਾ ਹੋਈਦਾ, ਹਾਏ ਮੈਂ ਮਰ ਗਿਆ, ਲੁੱਟਿਆ ਗਿਆ, ਮੇਰਾ ਕਰਜ਼ਾ ਦੇਣਾ, ਮੈਨੂੰ ਛੇਤੀ ਨਾਲ ਪੈਸੇ ਦੇ ਦਿਓ। ਰੋਈ ਜਾਓਗੇ ਤੇ ਇਹਨਾਂ ਨੇ ਦੇਣਾ, ਤੇ ਨਹੀਂ ਤੇ ਜਦੋਂ 2-3 ਮਹੀਨੇ ਦਾ ਜਿਹੜੇ ਡਾਲਰ ਜ਼ਿਆਦਾ ਹੋ ਗਏ ਨਾ, 15-20 ਹਜ਼ਾਰ ਦੇ ਲਾਗੇ ਪਹੁੰਚੇ, ਇਹਨਾਂ ਦੇਣਾ ਨਹੀਂ, ਤੁਹਾਨੂੰ ਨੌਕਰੀਆਂ ਕੱਢਣਾ। ਪਰ ਸਾਡੇ ਕੋਲ ਹੋਇਆ ਨਾ, ਜੁਗਤੀ ਬੜੀ ਔਖੀ। ਅਸੀਂ ਬਾ ਮਾੜਾ ਜਿਹਾ ਕਹਿ ਦੇਣਾ ਕਿ ਉਹ ਤਨਖਾਹ ਦੇ ਦੇਣੀ, ਉਹਨਾਂ ਜੇ 2000 ਬਣਿਆ ਹੋਣਾ ਤੇ 200 ਰੁਪਈਆ ਪਾਉਣਾ, ਉਹਦੇ ਨਾਲ ਸਾਡਾ ਖਾਣ ਪੀਣ ਚੱਲ ਜਾਣਾ, ਫੋਨ ਦਾ ਖਰਚਾ ਚੱਲ ਜਾਣਾ, ਤੇ ਜੇਬ ਖਾਲੀ ਦੀ ਖਾਲੀ। ਤੇ ਜਦੋਂ ਉੱਥੇ ਵੀ 7-8 ਮਹੀਨੇ ਸਾਲ ਲਗਭਗ ਬੀਤਿਆ, ਤੇ ਅਸੀਂ ਉੱਥੇ ਵੀ ਹੱਥ ਜੋੜੇ ਤੇ ਉਹਨਾਂ ਨੇ ਵੀ ਕਿਹਾ ਮਹਾਰਾਜ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਅਸੀਂ ਚੱਲੇ ਹੁਣ ਅਗਲੇ ਪਾਸੇ। ਤੇ ਹੱਸਦਿਆਂ ਹੱਸਦਿਆਂ ਇੰਨੀ ਗੱਲ ਕਹੀ ਕਿ ਦਸਵੰਧ ਜ਼ਰੂਰ ਗੁਰੂ ਨੂੰ ਦੇ ਦਿਓ ਤੇ ਮਾਫੀ ਮੰਗ ਲਿਓ, ਕਿਉਂਕਿ ਇਹ ਲਿਹਾਜ਼ ਨਹੀਂ ਕਰਦਾ। ਕਿਤੇ ਨਾ ਕਿਤੇ ਡਰ ਸੀ ਵੀ ਕਿਤੇ ਇਹਨਾਂ ਗਰੀਬਾਂ ਦਾ ਇਹ ਲਾਲਚ ਵਸ ਬੁਰਾ ਨਾ ਹੋ ਜਾਵੇ। ਤੇ ਇੱਕ ਦਾ ਹੋਇਆ ਵੀ, ਉਹਦੇ ਜਿੰਨੇ ਕੁ ਟਰੱਕ ਸੀ ਉਹ ਲੜੀਵਾਰ ਹੀ ਸੜ ਸੁੜ ਗਏ। ਤੇ ਇਸੇ ਗੱਲੋਂ ਅਸੀਂ ਡਰਦੇ ਹਾਂ। ਖੁਦ ਵੀ ਅਰਦਾਸਾਂ ਕੀਤੀਆਂ, ਪਿਤਾ ਭੋਲੇ ਨੇ, ਕੋਈ ਗੱਲ ਨਹੀਂ, ਕਮਾਈ ਇਹ ਜੇਬ 'ਚ ਪਈ ਜਾਂ ਉਹਦੇ 'ਚ ਪਈ, ਇੱਕ ਹੀ ਗੱਲ ਹੈ ਨਾ, ਅਸੀਂ ਹੋਰ ਕਰ ਲਾਂਗੇ। ਫਿਰ ਇੱਕ ਕੰਪਨੀ ਅਗਲੀ ਮਿਲੀ ਤੇ ਉਹਨਾਂ ਨੇ ਤਨਖਾਹ ਦੇਣੀ, ਬੰਦੇ ਚੰਗੇ ਸੀ, ਬੜੇ ਪਿਆਰੇ ਸੀ, ਤਨਖਾਹ ਦੇ ਦੇਣੀ। ਉਹਨਾਂ ਨੇ ਵੇਖਿਆ ਤਨਖਾਹ ਪੀਏ ਤੇ ਵੰਡ ਵੁੰਡ ਦਿੰਦੇ, ਆ 500 ਇੱਧਰ ਪਾ ਦਿਓ, 500 ਉਹਨੂੰ ਪਾ ਦਿਓ, 500 ਉਹਨੂੰ, ਤੇ ਇਹਨਾਂ ਦੇ ਪੱਲੇ ਤੇ ਫਿਰ ਨਹੀਂ ਕੁਝ ਰਹਿੰਦਾ। ਤੇ 2 ਕੁ ਮਹੀਨਿਆਂ ਬਾਅਦ ਸਾਨੂੰ ਕਹਿਣ ਲੱਗੇ ਵੀ ਤੁਹਾਨੂੰ ਅਸੀਂ ਤਨਖਾਹ ਨਹੀਂ ਦੇਣੀ, ਤੁਹਾਡੇ ਹੀ ਇਕੱਠੇ ਕਰਨੇ ਪੈਸੇ, ਇਕੱਠੇ ਰੱਖਣੇ, ਤੁਸੀਂ ਤੇ ਵੰਡ ਦਿੰਦੇ। ਅਸੀਂ ਉਹਨਾਂ ਨੂੰ ਕਿਹਾ ਵੀ ਇਕੱਠੇ ਅੱਗੇ ਵੀ ਦੋਵਾਂ ਨੇ ਕੀਤੇ ਨੇ ਤੇ ਉਹਨਾਂ ਨੇ ਦਿੱਤੇ ਨਹੀਂ ਸਾਨੂੰ, ਤੇ ਕਿਤੇ ਤੁਹਾਡੇ ਵੀ ਇਕੱਠੇ ਇੱਦਾਂ ਦੇ ਨਾ ਹੋ ਜਾਣ। ਪਰ ਨਹੀਂ, ਇਮਾਨਦਾਰ ਬੰਦੇ ਸੀ। ਫਿਰ ਸਤਿਗੁਰੂ ਨੇ ਉਸ ਕਿਰਤ 'ਚੋਂ ਉਹਨਾਂ 2 ਧੀਆਂ ਦਾ ਆਨੰਦ ਕਾਰਜ ਕੀਤਾ। ਤੇ ਘਰ ਅਸੀਂ ਉਦੋਂ ਵੀ ਨਹੀਂ ਸੀ ਜਾਂਦੇ, ਕਿਉਂਕਿ ਕਿੱਥੇ ਘਰ ਇੱਧਰੋਂ ਚੱਲੇ ਉੱਧਰ ਨੂੰ, ਉੱਧਰੋਂ ਚੱਲੇ ਉੱਧਰ ਨੂੰ, ਤੇ ਮਾਤਾ ਪਿਤਾ ਬੜੇ ਖੁਸ਼ ਸੀ। ਹੁਣ 2 ਬਾਤਾਂ ਜਿਹੜੀਆਂ ਸਮਝਾਉਣਾ ਚਾਹੁੰਦੇ ਆ। ਇੱਕ ਬਾਤ, ਜੇ ਇਹ ਸਤਿਗੁਰੂ ਕਹਿੰਦੇ ਨੇ ਨਾ, ਤੇ ਜੇ ਅਸੀਂ ਨਾ ਮੰਨਿਆ ਹੁੰਦਾ, ਸਤਿਗੁਰੂ ਦੇ ਬਾਣੀ ਨੂੰ ਐਵੇਂ ਹੀ ਜਾਣਿਆ ਹੁੰਦਾ ਕਿ ਐਵੇਂ ਬੋਲਦਾ ਰਹਿੰਦਾ ਕਿ ਇਹਦੀ ਕਿਹੜੀ ਗੱਲ ਹੈ, ਜਿੱਦਾਂ ਅਸੀਂ ਸਾਰੇ ਕਰਦੇ ਹਾਂ, ਤੇ ਤੁਸੀਂ ਸੋਚੋ ਅਸੀਂ ਅਜੇ ਤੱਕ ਰੋਂਦੇ ਹੋਣਾ ਸੀ ਤੇ ਉਹਨਾਂ ਨੂੰ ਮੰਦੇ ਸ਼ਬਦ ਬੋਲਦੇ ਹੋਣੇ ਚਾਹੀਦੇ ਸੀ। ਤੇ ਹੁਣ ਤੱਕ ਕਦੀ ਬੰਦੇ ਪਾਓ, ਕਦੀ ਕੁਝ ਕਰੋ। ਅਜੇ ਵੀ ਉਹ ਕਹਿੰਦੇ ਨੇ ਜਦੋਂ ਉਹਨਾਂ ਕੋਲ ਕੋਈ ਸਿੰਘ ਜਾਵੇ ਨਾ, ਖਾਲਸਾ ਜੀ ਦੇ ਅਸੀਂ ਪੈਸੇ ਦੇਣੇ, ਤੇ ਅਸੀਂ ਕਈ ਵਾਰ ਜਦੋਂ ਸਿੰਘ ਸਾਡੇ ਕੋਲ ਆਵੇ ਤੇ ਅਸੀਂ ਹੱਸ ਕੇ ਕਹਿੰਦੇ ਸਾਨੂੰ ਮਿਲ ਗਏ। ਇੱਕ ਪਿਤਾ ਦੇ, ਇੱਕ ਇਨਸਾਨ ਦੇ 10 ਬੈਂਕ ਹੋਣ, 10 ਬੈਂਕਾਂ 'ਚ ਪੈਸੇ ਇਕੱਠੇ ਕਰਕੇ ਰੱਖੇ ਹੋਣ, ਤੇ ਇਹ ਬੈਂਕ 'ਚੋਂ ਨਾ ਦਵੇ, ਇਹ 'ਚੋਂ ਦੇ ਦੇ, ਉਹਦੀ ਮੌਜ ਹੈ ਨਾ। ਸਾਡਾ ਕੀ ਲੈਣਾ ਦੇਣਾ, ਇਹਨੇ ਦਿੱਤੇ ਕਿ ਨਹੀਂ ਦਿੱਤੇ, ਸਾਨੂੰ ਆ ਗਏ, ਸਾਡੇ ਕੋਲ ਸਾਡੇ ਪਹੁੰਚ ਗਏ। ਇਹ ਪਿਤਾ ਦਾ ਇੱਕ ਢੰਗ ਹੈ। ਕਲਪਿਆ ਨਾ ਕਰੋ, ਭਰੋਸਾ ਰੱਖਿਆ ਕਰੋ। ਕਹਿੰਦੇ ਉਹ ਕਰਤਾ ਪੁਰਖੇ, ਕਰਤਾ ਆਪੇ, ਰਚਨਹਾਰ ਆਪੇ, ਪੂਰਾ ਨਿਆਂ ਕਰਦਾ ਏ। ਫਿਰ ਤੁਹਾਡੇ ਨਾਲ ਧੋਖਾ ਕਿਵੇਂ ਹੋਏਗਾ? ਕਦੀ ਨਹੀਂ ਹੋਏਗਾ। ਤੇ ਸੱਚ ਜਾਣਿਓ ਬੜਾ ਆਨੰਦ ਰਿਹਾ। ਪਰ ਸੋਚਦੇ ਹਾਂ ਕਿ ਸਤਿਗੁਰੂ ਇਹ ਵੀ ਤੇਰੀ ਵਡਿਆਈ ਏ, ਇਹ ਵੀ ਤੇਰੀ ਮਹਿਮਾ ਏ ਕਿ ਇਹ ਹਿਰਦੇ 'ਚ ਵਸਾ ਦਿੱਤੀ ਬਾਤ। ਤੇ ਜਿਵੇਂ ਭਾਈ ਸਾਹਿਬ ਹੁਣੇ ਕਹਿ ਰਹੇ ਸੀ ਨਾ, ਬਾਣੀ ਪੜ੍ਹਿਆ ਕਰੋ, ਵਿਚਾਰਿਆ ਕਰੋ। ਅਸੀਂ ਅਗਲੀ ਬਾਤ ਵੀ ਕਹਿੰਦੇ ਹਾਂ, ਧਾਰਨ ਵੀ ਕਰਿਆ ਕਰੋ। ਅਗਲੀ ਬਾਤ ਵੀ ਕਹਿੰਦੇ ਹਾਂ, ਧਾਰਨ ਵੀ ਕਰਿਆ ਕਰੋ। ਦੂਜੀ ਬਾਤ ਜਿਹੜੀ ਸਿੱਖਣ ਵਾਲੀ ਏ,
ਉਹ ਇਹ ਆ ਕਿ ਅਸੀਂ ਕਿਹੋ ਜਿਹੇ ਲੋਭੀ ਪਰਿਵਾਰਾਂ 'ਚ ਜੰਮੇ ਆ ਨਾ। ਕਿਸੇ ਦਾ ਪੁੱਤ ਜਿਹੜਾ ਫੌਜ 'ਚ ਭਰਤੀ ਹੋ ਜੇ ਤੇ ਮਾਤਾ ਪਿਤਾ ਗੁੱਸਾ ਨਹੀਂ ਕਰਦੇ, ਕਹਿੰਦੇ ਨਹੀਂ ਨੌਕਰੀ ਤੇ ਗਿਆ ਏ, ਵਧੀਆ ਕੰਮ ਹੈ। ਕਿਸੇ ਦਾ ਪੁੱਤਰ ਬਾਹਰ ਵਿਦੇਸ਼ 'ਚ ਚਲਿਆ ਜਾਵੇ ਪੈਸੇ ਕਮਾਉਣ, ਭਾਵੇਂ ਉਹ ਉੱਥੇ 2 ਨੰਬਰ 'ਚ ਰਹਿੰਦਾ ਹੋਵੇ, ਮਾਂ ਮਰੀ ਤੇ ਵੀ ਆਇਆ ਨਾ ਜਾਵੇ ਉਹਦੇ ਕੋਲ, ਤੇ ਅਸੀਂ ਗੁੱਸਾ ਨਹੀਂ ਕਰਦੇ। ਅਸੀਂ ਕਹਿੰਦੇ ਨਹੀਂ ਬਾਹਰ ਗਿਆ, ਕਮਾਈ ਕਰਨ ਗਿਆ, ਬੜੇ ਚਾਅ ਨਾਲ ਬੜੇ ਰੋਹਬ ਨਾਲ ਦੱਸਦੇ ਹਾਂ। ਪਰ ਕਿਸੇ ਦਾ ਪੁੱਤਰ ਜਿਹੜਾ ਹੈ ਉਹ ਸਾਧੂ ਹੋ ਜੇ ਤੇ ਗਿਆਨ ਦੀ ਕਮਾਈ ਕਰਨ, ਗੁਣਾਂ ਦੀ ਕਮਾਈ ਕਰਨ, ਲੋਕਾਂ ਦੀ ਸੇਵਾ ਦੀ ਕਮਾਈ ਕਰਨ, ਘਰੋਂ ਨਿਕਲ ਜਾਵੇ ਤੇ ਕਹਿੰਦੇ ਇਹ ਵਿਹਲਾ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਫਰਕ ਕਿਉਂ ਹੈ? ਫੌਜੀ ਕਿਹੜਾ ਘਰ ਆ ਜਾਂਦਾ, ਪਰਦੇਸ ਕਿਹਾ ਜਿਹੜਾ ਘਰ ਆਉਂਦਾ ਹੈ। ਪਿਤਾ ਦੀ ਬਿਮਾਰੀ ਤੇ ਟਾਈਮ ਨਾਲ ਪਹੁੰਚਿਆ ਜਾਂਦਾ, ਕਿਤੇ ਨਹੀਂ ਪਹੁੰਚਿਆ ਜਾਂਦਾ। ਤੇ ਫਿਰ ਸਾਧੂ ਨਾਲ ਇਹ ਦੁਰਵਿਵਹਾਰ ਕਿਉਂ ਕਰਦੇ ਹਾਂ ਅਸੀਂ ਭਾਈ? ਉਹਦੀ ਇੱਕ ਵਜ੍ਹਾ ਹੈ ਕਿ ਕਿਤੇ ਨਾ ਕਿਤੇ ਅਸੀਂ ਸਿਰਫ ਪੈਸੇ ਨੂੰ ਹੀ ਜਿਹੜਾ ਹੈ ਆਪਣਾ ਮਨੋਰਥ ਮੰਨ ਲਿਆ। ਅਸੀਂ ਭੁੱਲ ਹੀ ਗਏ ਹਾਂ ਕਿ ਇਹਦੇ ਨਾਲ ਪ੍ਰੀਤ, ਇਹਦੇ ਗੁਣਾਂ ਨੂੰ ਧਾਰਨ ਕਰਨਾ, ਇਹਦੀ ਮਹਿਮਾ ਦੇ ਰੰਗਾਂ ਨੂੰ ਜਾਣਨਾ ਬੇਅੰਤ ਕੁਝ ਹੈ ਜੀਵਨ ਦੇ ਵਿੱਚ, ਜਿਹੜਾ ਪੈਸੇ ਤੇ ਕੁਝ ਵੀ ਨਹੀਂ ਜਿਹਦੇ ਸਾਹਮਣੇ। ਬੇਅੰਤ ਕੁਝ ਹੈ ਜਿਹੜਾ ਅਜੇ ਮੰਨਣ ਵਾਲਾ ਹੈ। ਅਜੇ ਅਸੀਂ ਵਿਵੇਕ ਦੇ ਮੰਡਲ ਖੁੱਲ੍ਹਣੇ ਨਹੀਂ ਦੇਖੇ, ਅਜੇ ਅਸੀਂ ਉਹ ਸੰਗੀਤ ਦੀ ਮਹਿਮਾ ਨਹੀਂ ਦੇਖੀ। ਬੇਅੰਤ ਕੁਝ ਹੈ, ਅਜੇ ਅਸੀਂ ਉਹ ਰਿੱਧੀਆਂ ਸਿੱਧੀਆਂ ਦੀ ਖੇਡ ਨਹੀਂ ਦੇਖੀ। ਇਹੋ ਜੀ ਦੁਨੀਆ ਹੈ। ਜਦੋਂ ਸਤਿਗੁਰੂ ਕਹਿੰਦੇ ਨਾ ਬੇਗਮਪੁਰਾ ਸ਼ਹਿਰ ਕੋ ਨਾਉ, ਕਿ ਕਿਆ ਬੇਗਮਪੁਰਾ ਹੈ, ਗਮ ਉੱਥੇ ਕੋਈ ਨਹੀਂ। ਇਹੋ ਜਿਹੇ ਦੇਸ਼ 'ਚ ਜਦੋਂ ਤੁਸੀਂ ਰਹਿੰਦੇ ਆ ਤੇ ਆਪ ਜੀ ਦੇ ਸਿਰਫ ਸੋਚ ਚਾਉਣ ਦੀ ਬਾਤ ਹੈ ਕਿ ਆਹ ਕੰਮ ਮੈਨੂੰ ਚਾਹੀਦਾ ਹੈ, ਉਹ ਕੰਮ ਹੋ ਜਾਂਦਾ। ਕੁਦਰਤ ਉਸੇ ਵੇਲੇ ਉਹ ਕੰਮ ਲੱਗ ਜਾਂਦੀ। ਅਸੀਂ ਆਪ ਜੀ ਨੂੰ ਹੈਰਾਨੀ ਦੀ ਬਾਤ ਦੱਸਦੇ, ਇਹ ਬੜੀ ਵਾਰਾਂ ਹੋਇਆ, ਕੱਲ੍ਹ ਫੇਰ ਹੋਇਆ। ਕੱਲ੍ਹ ਰਾਤ ਨੂੰ ਨਾ ਜਿਵੇਂ ਭਾਈ ਪ੍ਰੇਮ ਸਿੰਘ ਦੇ ਘਰੇ ਇਹਨਾਂ ਕੋ ਜਿਹੜਾ ਸਤਿਗੁਰੂ ਨੇ ਗ੍ਰਹਿ ਬਖਸ਼ਿਆ, ਉੱਥੇ ਰਹਿ ਰਹੇ ਨੇ, ਬੜੇ ਪਿਆਰੇ ਗੁਰਸਿੱਖ ਨੇ, ਸੇਵਾ ਕਰ ਰਹੇ ਨੇ। ਤੇ ਕੱਲ੍ਹ ਸਾਡੇ ਮਨ 'ਚ ਆਉਣ ਡਿਆ ਸੀ ਕਿ ਅਸੀਂ ਨਾ ਚੌਲ ਨਾ ਲੂਣ ਵਾਲੇ ਛਕੀਏ। ਇੱਦਾਂ ਹੀ ਸੋਚ ਰਹੇ ਸੀ, ਪਤਾ ਨਹੀਂ ਜਬਰ ਸਿੰਘ ਨੂੰ ਅਸੀਂ ਕਿਹਾ ਵੀ ਕਿ ਨਹੀਂ ਕਿਹਾ। ਤੇ ਫਿਰ ਅਸੀਂ ਚੁੱਪ ਕਰ ਗਏ, ਚੇਤਾ ਭੁੱਲ ਗਿਆ, ਗਾਉਣ ਗੂਣ ਲੱਗ ਪਏ, ਗੁਰੂ ਮਹਾਰਾਜ ਦੀ ਮਹਿਮਾ ਨੂੰ ਧਿਆਨ 'ਚੋਂ ਬਾਤ ਨਿਕਲ ਗਈ। ਤੇ ਅੱਜ ਸਵੇਰੇ ਜਦੋਂ ਅਸੀਂ ਉੱਠੇ ਤੇ ਲੂਣ ਵਾਲੇ ਚੌਲ ਬਣੇ ਪਏ ਸੀ। ਤੇ ਹਾਲਾਂਕਿ ਆ ਸਿੰਘ ਨੇ ਬੜੀ ਵਾਰਾਂ 2-3 ਵਾਰੀ ਕਿਹਾ ਕਿ ਭੈਣ ਜੀ ਚੌਲ ਨਾ ਬਣਾਇਓ ਲੂਣ ਵਾਲੇ, ਕੋਈ ਸਿੰਘ ਨਹੀਂ ਛਕਦਾ, ਪਰ ਫਿਰ ਉਹ ਬਣ ਗਏ। ਅਜੇ ਤੇ ਤੁਸੀਂ ਪਿਆਰੇ ਨੂੰ ਆਪ ਜੀ ਦੀ ਸੇਵਾ ਕਰਦਿਆਂ ਨਹੀਂ ਵੇਖਿਆ, ਕਿਵੇਂ ਚੱਲੇਗਾ? ਬੇਅੰਤ ਮੰਡਲ ਨੇ, ਬੇਅੰਤ ਖੇਡਾਂ ਨੇ ਆਪ ਜੀ ਨੂੰ ਕਿਤੇ ਚੌਥੇ ਪਦ ਦੀਆਂ ਬਾਤਾਂ ਕਰਨ ਲੱਗੀਏ ਨਾ, ਤੇ ਪਹਿਲੀ ਗੱਲ ਤੇ ਸ਼ਬਦਾਂ 'ਚ ਉਹ ਆਉਣੀਆਂ ਹੀ ਨਹੀਂ। ਪਰ ਕਿਉਂ ਅਸੀਂ ਸਿਰਫ ਪੈਸੇ ਨੂੰ, ਅਜੀ ਦੂਰ ਦ੍ਰਿਸ਼ਟਤਾ ਦਾ ਨਹੀਂ ਪਤਾ, ਦੂਰ ਅੰਦੇਸ਼ੀ ਦਾ ਨਹੀਂ ਪਤਾ, ਦੂਰ ਸਰਵਣ ਦਾ ਨਹੀਂ ਪਤਾ। ਸਾਡੇ ਕੋਈ ਇੱਥੇ ਸਿੰਘ ਹੈ, ਉਹ ਟੈਲੀਪੈਥੀ ਬਹੁਤ ਕਰਦਾ। ਟੈਲੀਪੈਥੀ ਹੁੰਦੀ ਦੂਰੋਂ ਕਿਸੇ ਨਾਲ ਗੱਲਬਾਤ ਕਰ ਲੈਣੀ ਬਿਨਾਂ ਫੋਨ ਤੋਂ। ਹੁਣ ਅਸੀਂ ਕਹਿੰਦੇ ਹਾਂ ਟੈਕਨੋਲੋਜੀ ਨੇ ਬੜੀ ਤਰੱਕੀ ਕੀਤੀ, ਪਰ ਸੱਚ ਵੇਖੀਏ ਤੇ ਟੈਕਨੋਲੋਜੀ ਨੇ ਤਰੱਕੀ ਨਹੀਂ ਕੀਤੀ, ਮਨੁੱਖ ਨਿਘਾਰ ਵੱਲ ਗਿਆ ਹੈ। ਮਨੁੱਖ ਜਿਹੜਾ ਹੈ ਉਹ ਤਰੱਕੀ ਵੱਲ ਨਹੀਂ ਗਿਆ। ਇਸ ਕਰਕੇ ਟੈਕਨੋਲੋਜੀ ਨੇ ਤਰੱਕੀ ਕੀਤੀ। ਆਪ ਜੀ ਨੂੰ ਲੱਤਾਂ ਦਿੱਤੀਆਂ ਨੇ, ਆਪ ਜੀ ਲੱਤਾਂ 'ਤੇ ਚੱਲਣਾ ਛੱਡ ਦਿਓ ਤੇ ਭੁੱਲ ਜਾਓ ਲੱਤਾਂ 'ਤੇ ਚੱਲਣਾ, ਲੱਤਾਂ ਚੱਲਣ ਨਾ। ਤੇ ਤੁਹਾਨੂੰ ਕੋਈ ਰਿਮੋਟ ਕੰਟਰੋਲ ਵਾਲੀ ਵੀਲ ਚੇਅਰ ਲਿਆ ਕੇ ਦਵੇ ਕਿ ਬਟਨ ਨੱਪਿਆਂ ਮੁੜ ਜਾਂਦੀ, ਬਟਨ ਨੱਪਿਆਂ ਦੌੜ ਜਾਂਦੀ, ਬਟਨ ਨੱਪਿਆਂ ਪਿੱਛੇ ਜਾਂਦੀ ਹੈ, ਤੇ ਤੁਸੀਂ ਕਿਉਂ, ਕਿਆ ਬਾਤ ਹੈ, ਬੜੀ ਤਰੱਕੀ ਕਰ ਲਈ ਟੈਕਨੋਲੋਜੀ। ਇਹ ਤਰੱਕੀ ਹੈ ਕਿ ਤੁਸੀਂ ਕੁਝ ਗਵਾ ਲਿਆ। ਆਪ ਜੀ ਦੀ ਸੁਰਤ ਦੇ ਅੰਦਰ ਬੇਅੰਤ ਸ਼ਕਤੀਆਂ ਨੇ, ਤੁਸੀਂ ਇੱਥੋਂ ਬੈਠੇ ਕਿਸੇ ਨਾਲ ਵੀ ਬਾਤ ਕਰ ਸਕਦੇ ਹੋ। ਤੇ ਸਾਡੇ ਸਿੰਘ ਉਹ ਸ਼ਕਤੀ ਤੇ ਅਜੇ ਨਹੀਂ ਹੈ, ਯਤਨ ਪੂਰਾ ਕਰਦੇ ਰਹਿੰਦੇ। ਉਨੀ ਕੁ ਵੈਸੇ ਆਪ ਜੀ ਸਾਰਿਆਂ ਕੋ ਵੀ ਹੈ। ਆਪ ਜੀ ਨੇ ਦੇਖਿਆ ਕਿਸੇ ਨੂੰ ਯਾਦ ਕਰੀਏ ਉਹਦਾ ਫੋਨ ਆ ਜਾਂਦਾ। ਇਹ ਉਸੇ ਸ਼ਕਤੀ ਦਾ ਰੰਗ ਹੈ, ਫੋਨਾਂ ਦੀ ਜ਼ਰੂਰਤ ਹੀ ਨਹੀਂ ਸੀ। ਇਹ ਆਪ ਜੀ ਦੀ ਤਰੱਕੀ ਸੀ, ਸੁਰਤ ਦੀ, ਅੰਦਰ ਦੀ, ਅਧਿਆਤਮ ਦੀ, ਕਿ ਤੁਸੀਂ ਕਰ ਸਕਦੇ ਸੀ। ਤੇ ਸਿੰਘ ਬੈਠਾ ਹੋਵੇ ਨਾ ਤੇ ਆਵਾਜ਼ ਵੱਧ ਘੱਟ ਹੋਵੇ ਤੇ ਇਹਨੇ ਆਪ ਨਹੀਂ ਉੱਠ ਕੇ ਕਰਨੀ, ਇਹਨੇ ਦੂਜੇ ਵੱਲ ਵੇਖੀ ਜਾਣਾ, ਨਾਲੇ ਸੁਰਤ ਨਾਲ ਕਹਿੰਦੇ ਰਹਿਣਾ ਆਵਾਜ਼ ਘੱਟ ਕਰ ਦੇ, ਆਵਾਜ਼ ਘੱਟ ਕਰ ਦੇ। ਤੇ ਅਸੀਂ ਕਈ ਵਾਰ ਕਹਾਂਗੇ ਇੰਨੇ ਜ਼ੋਰ ਨਾਲੋਂ ਆਪ ਹੀ ਬਟਨ ਹੌਲੀ ਕਰ ਦਿਆ ਕਰ। ਪਰ ਬਾਤ ਕੀ ਹੈ
कि ये बेअंत रंग ने आप जी दे अंदर बेअंत शक्तियाँ। जदों शक्तियाँ का मालक आप जी दे अंदर है तो आप जी को की कुछ नहीं होएगा। पर रौला की ये सिर्फ पैसे नूं जीवन का आधार मान लिया है। सतगुरु कहते रहे कि साचा नाम मेरा आधारो, साच नाम आधार मेरा जिन। जर पता तो सारा कुछ ही है आप जी नूं। साच नाम आधार मेरा जिन, फिर पढ़ो है एक तरह, साच नाम आधार मेरा जिन भुखा सब, सारियां भुखा जिन्हें खत्म कर दी। किन्ने कीतियां? साचे नाम दे आधार ने। ते अगली पंक्ति की है, कर शांत सुख मन आए वसिया। पैसे ने ते शांत नहीं कीता आप जी नूं। कीता कदी पैसे ने शांत? वो तो बिपता बन जाती, बार बार गिनी जाते हो, कई बार थुक सुक जाता गिन गिन के। कर शांत सुख मन आए वसिया, जिन इच्छा सब की। पैसे ने सारिया इच्छा पूरियां कीतियां। गुरु नानक पिता ते कहंदे ने साचे नाम न करदा है। ते जे किते वाकई पैसा करदा होवे ना, ते झौंपड़ पट्टियां वाले कदी हसदे ना दिखण। असीं आप जी जदों पढ़दे सी ना, कुछ पैसे इकट्ठे हो जाने ते अमृतसर साहब मजीठा रोड ते झौंपड़ पट्टियां हुंदियां सी। असी कई बार जराबां दे जोड़े लैके, जुत्तियां लैके, जां जो साडे को सरदा बनदा होना ही उन्हां नाल चले जाना। उत्थे एक बजुर्ग हुंदे सी बड़े प्यारे, इन्नी क स्टेज के जिन्नी उन्हां दी झौंपड़ी हुंदी सी। रोड़ियां राड़ियां ते उन्हां ने उच्चे करके संदूक वगैरह रखे हुंदे सी। उन्हां दे विच जाके एक बात देखी सी, वो खुश बहुत रहिंदे सी, बहुत खुश रहिंदे सी। कईयां दे जख्म ते बन्नण नूं पट्टी तक नहीं सी हुंदी, पर हसदे चेहरे, इन्ने हसदे चेहरे अहीं राज महलां वालियां दे भी नहीं वेखे। जिहदे करोड़ां रुपया जेब है ना, ਉਹਦੇ ਅਸੀਂ कदी हसदा चेहरा नहीं सी वेखिया। ते जिहड़ा चुंबक दे नाल लोहे दीयां पत्तरियां इकट्ठियां करके लिफाफे च पाई फिरदा सी, ਉਹਨੂੰ हसदा वेखिया। जे पैसा ही सारा कुछ होवे ते ਉਹ हसदे नहीं सी हो सकदे। असीं एक बार पुछिया कि जदों मींह पैंदा है, क्योंकि इस्त्रियां ते इन्नी क जगह च सौं जांदियां, ते जिहड़े बंदे हुंदे सी ना 7-8 जाने, 3-4 बीबियां 3-4 बंदे, वो बाहर जिद्दां सड़कां दी शटरां दे अगे जगह बनी, दुकानां दे अगे वाधे बने, उत्थे सौंदे सी जाके, कोई पुल थल्ले, कोई पार्क च, कोई किते। ते पुलिस वाले डंडे भी मारदे सी। ते असीं उन्हां नूं पुछिया कि जिस दिन मींह पैंदा है उदों कित्थे सौंदे हो? ते सानूं वो बजुर्ग हस के कहण लगा, जिद्दण मींह पऊगा ना उद्दण आयो। ते नाले साडे वल वेख के कहंदा भी बूट ना पा के आयो, चप्पल चुप्पल पा के आयो। रब वालों एक दिन गड्डी ते आउंदे सी बाईपास ते मींह बड़ा, ते साडे मन च आ गया कि कहिंदे सी मींह पऊगा, ते आए ते असीं चले गए। नाल उत्थों असीं थोड़े जे समोसे लै गए कि सारिआं नूं खवा दांगे। जदों असीं उत्थे पहुंचे ते इन्ना ना पानी सी, 1.5 2-2 फुट पानी सी। ते संदूखां ते चढ़ के कोई तां पैरां भर बैठा, कोई पानी च ही खलोता, ते हसन डे सारे, दुखी नहीं सी। तो उच्चा संदूक सी, सानू भी उहदे ते बिठाता कि इहदे ते बह जाओ। आप बजुर्ग उठ पिया, ही संदूक दे उत्ते बह गए। ते जदों संदूक ते बह गए ते क्या हुण की करना? कहंदे हुण की, हुण समोसे लिआंदे ते चाह पीने आ। ते हसदे। ते असीं सोच रहे सी भी वाकई जे हासियां दा, खुशी दा, सुखां दा संबंध हुंदा ना पैसे ना, ते इन्हां दी इस कुटिया, इस झौंपड़ी दे विच खुशी दा हासा नहीं सी होना चाहिए। हे अज दे मनुखा, क्यों नहीं तैनूं समझ आई? क्यों नहीं गुरु नानक दी बात नूं सुनदा कि साचा नाम मेरा आधारो? इनू धारण क्यों नहीं करदा? कदी छड्ड के ते देख, ये प्यारे दे रंग च कदी छड्ड के ते देख। इस करके इस प्यारे ते भरोसा रखो। जो कहंदे ने साचे, एक एक बात साचे, एक एक रमज साचे, एक एक खेड साचे, पर इहदे ते भरोसा करिए ते फिर हर खेड आनंद दी है। हर खेड आ बाहर हुणे गुरसिखां ने उत्थे देखण डे सी रोटियां पकाउण डे, ते असीं मन च सोचण डे ही भी घर भावें घर वाली नाल लड़ पैंदे होण भी रोटी नहीं टाइम नाल लिआंदी, आ विंगी रोटी लाती, ते हुण बड़े बेहरीन दे नक्शे बनाउण डे रोटियां ते। असीं भी 2-3 नक्शे वेल आए ते बनाउण डे सी, ते एक वेलणा वाहवा मोटा सी,
वो रोटियां तो चंगियां वेलदा सी, पर सानू डर सी कि घर नहीं रखना चाहिए। वो है वाह मोटा सी। ते सानू नाले याद आउण डी सी एक बात, कहंदे वो कोई घर वाला सी ना, ते घर सी ते घर वाली रोटी फड़ाया, ते जदों रोटी फड़ाई ते गाड़ियों गुस्से ना दबके ना कहंदा नहीं ये च घ्यो नहीं पाया। तो जदों कौड़ा जिहा बोलिया ना, उन्हें घ्यो तो ना पाया, उन्हें वेलना ही मत्थे च मारिया। वो एडा रोबड़ा बन गया इत्थों फुल के तां नूं। ते जदों बाहर घरों तुरिया जांदा सी ना, ते मित्र गाड़ियों मिल पिया, यार दोस्त, ते मित्रां नूं बड़ी फिक्र हुंदी, ते पुछण लगा भी आ की होया, हुण दस्से की भी घरों कुट खा के आया। कहंदा नहीं वो मैं डिग पिया बाथरूम दे विच ना, डिग पिया ते आ बन गया, सट जी लग गई। वो कहंदा घ्यो ला लेना सी। हुण की दसे भी घ्यो खातर ते अगे खाधा है वेलना। कह की रहे सी कि आनंद है, सेवा बहुत उत्तम बात है। सेवा दे एक रंग आप जी नूं बताउने। ये तो हासे वाली गल तां कर दिंदे आ कि तुहाडे चों कई जिहड़े ना वो बहुते ज्ञान दे आदी नहीं हुंदे, वो सौण लग पैंदे। वो कई बार वेख्या ना, वो प्रशादा दईए तो नाल चार भी देना पैंदा कि इनू स्वाद लगे। चार किते खून थोड़ी बनाउंदा है, खून तो रोटी नहीं बनाउणा है। चार तो इस करके भी तू खा लै, तेरे अंदर खून बन जाए। सेवा बहुत कमाल दी बात है, जदों एक इहदे च आनंद बहुत है, ये समझ लेना। गुरु नानक ने कहा सी सेवा ते सिमरन दो आधार दसे सी ना। की करना है? सेवा करनी ते सिमरन करना। जदों असीं इहनूं पिछों देखते हैं ना, ते दो शक्तियां, दो रंग आप जी दे कोल ने, एक है शरीर ते एक है मन आत्मा। जिहड़ा तन ने इहदी शक्ति ने कर्म बनना है, कोई ना कोई कम बनना है, कम ही बनना है ना। शरीर की शक्ति किसी काम च व्यर्थ होएगी। मन की शक्ति जिहड़ी है वो विचारां च बदलेगी, सुरत च बदलेगी। तन की शक्ति कम बने, कम जिहड़ा है वो सेवा तक ना पहुँचिया तो कर्मां दा लेखा देना पैंदा है। फिर समझ लेना, शरीर की शक्ति कम बने तो कम सेवा ना बनिया, लोभ बन गया, स्वार्थ बन गया, विचों वासना ने अपना घेरा बना लिया, हंकार बन गया, तो होना की है कर्म का लेखा देना पैना है। तो जे सेवा बन गई तो फिर तो वो प्रीतम आप मिलना है। इस तरह आ सुरत मन ने, मन की शक्ति ने विचार बनना है। विचार जेड़े ने वो विचारां दी जेड़ी सुरत है, जे वो सिमरन ना बनी तो वो जेड़ी सुरत है उन्हें भी आप जी नूं फसाउणा है, जां वासना च अड़ जाएगी, लोभ च अड़ जाएगी, हंकार च अड़ जाएगी, स्वार्थ च मतलब परस्तियां च ईरखा च अड़ जाएगी। उहदा भी सिमरन बनना जरूरी है। आ जेड़े जी कहंदे ना गुरु ना प्रीत नहीं हुंदी जी, गुरु दे नाल भरोसा नहीं बनदा। क्यों नहीं बनदा? क्योंकि सेवा नहीं करते। सेवा करनी बहुत जरूरी है। तो ही वो बाहर कर रहे सी ते नाले कह रहे सी सिंघां नूं कि यार छड्डो परे, कथा आपे कर लो, इत्थे घड़ी नंद मान लैने। सेवा नंद ही तो मनना, उत्थे मान लिया, इत्थे मान लिया, तो बड़ा नंद आ रहा सी। एक थोड़ा जिहा अपने सुभावां नूं बदलो पाई। ये वैसे गल कल करांगे, अज तुसीं जिहड़ा विशा चलदा उहदे ते चलण दे। सेवा अति जरूरी है। जिन्नी सेवा इस प्यारे दी करी जाओगे उन्नी इहदे नाल नेड़ता, इहदे नाल भरोसा, इस प्यारे दे नाल प्रेम आप जी नूं लगी जाना। इस प्यारे वास्ते जरूर सेवा करिया करो। सतगुरु दे बेअंत रंग ने। असी जदों सेवा नहीं सी ना करते हुंदे, पहला की करना, सेवा करनी तो ध्यान ये रखना आ सेवा नहीं सही करदा, आ जिहड़ा है ना ये बंदा बड़े गलत काम कर रहा है। हौली हौली समझ आई कि कर की रहे हैं, रस नहीं बन रहा, खिज खुज के घर नूं चले जाने। जे गुरु घर भी जाना है तो गुरु घर भी इन्ने कपड़े किदां दे पाए, और फलाना सही नहीं करन दिया, उन्हें नहीं सही किया। एक दिन बड़े दुखी हो गए। दुखी तो लगना सी, होर हथ की लगना सी। किसे दा कूड़ा करकट फुल्लिए
ਕਿਸੇ ਦੀ ਅੱਗ ਫਰੋਲੀਏ ਤੇ ਦੁਖੀ ਹੁੰਦਾ ਹੱਥ ਹੀ ਸੜਦੇ, ਹੋਰ ਹੱਥ ਕੀ ਲੱਗਦਾ। ਤੇ ਅੱਗ ਫਰੋਲਦੇ ਸੀ ਦੂਜੇ ਦੀ। ਇੱਕ ਦਿਨ ਸਤਿਗੁਰੂ ਨੂੰ ਪੁੱਛਿਆ, ਸਤਿਗੁਰੂ ਗੁਰੂ ਘਰ ਵੀ ਆਉਨੇ ਆ, ਸੇਵਾ ਵੀ ਕਰਦੇ ਆ, ਪਰ ਹਾਲ ਅਜੇ ਵੀ ਬੁਰੇ ਨੇ, ਬਦਲੇ ਨਹੀਂ ਮਾਸਾ ਵੀ। ਤੇ ਸਤਿਗੁਰੂ ਕਹਿਣ ਲੱਗੇ, ਮੇਰੇ ਕੋ ਕਹਿੰਦੇ ਕਦੀ ਤੂੰ ਆਇਆ ਹੀ ਨਹੀਂ। ਅਸੀਂ ਆਖਿਆ ਅਸੀਂ ਤੇ ਚਲਾਕ ਹੈਗੇ ਸਾਡੇ ਤੋਂ ਵੀ ਗਾਂ ਵੀ ਆਏ ਕਿਉਂ ਨਹੀਂ। ਰੋਜ਼ ਤੇ ਖਸਮਾਂ ਆਉਨੇ ਆ, ਰੋਜ਼ ਬਹਿਨੇ ਆ, ਰੋਜ਼ ਸੇਵਾ ਕਰਦੇ ਆ, ਪਰ ਸਤਿਗੁਰੂ ਕਹਿੰਦੇ ਨਹੀਂ, ਮੇਰੇ ਕੋ ਨਹੀਂ ਆਇਆ। ਜਿਸ ਦਿਨ ਮੇਰੇ ਕਰਕੇ ਆਇਆ ਹੋਏਗਾ ਉਸ ਦਿਨ ਤੇਰੀ ਝੋਲੀ ਨੰਦ ਨਾ ਭਰੀ ਹੋਏਗੀ। ਮੈਂ ਇੱਦਾਂ ਕਦੀ ਨਹੀਂ ਹੈ ਕਿ ਇਹਦੇ ਦਰਬਾਰ 'ਚ ਕੋਈ ਆਇਆ ਹੋਵੇ ਤੇ ਖਾਲੀ ਚਲਿਆ ਜਾਵੇ, ਪਰ ਇੱਥੇ ਇਸ ਇਮਾਰਤ ਦੇ ਅੰਦਰ ਆਉਣਾ, ਇਹਦੇ ਕੋਲ ਆਉਣਾ ਨਹੀਂ ਹੈ। ਇਹ ਵੀ ਸਮਝ ਲੈਣਾ। ਬੇਅੰਤ ਜਾਣੇ ਇੱਥੋਂ ਆ ਕੇ ਮੁੜ ਜਾਂਦੇ, ਝੋਲੀਆਂ ਖਾਲੀ ਚਲੀਆਂ ਜਾਂਦੀਆਂ। ਕਿਉਂ? ਵੇਖਦੇ ਨੇ ਆ ਭਾਈ ਜੀ ਨੇ ਕੀ ਕੀਤਾ, ਉਹਨੇ ਕੀ ਕੀਤਾ। ਉਹ ਤੇ ਲੋਕਾਂ ਦੇ ਔਗਣ ਫਰੋਲਣ ਆਉਂਦੇ ਨੇ, ਇਹਦੇ ਕੋ ਕਿੱਥੇ ਆਏ। ਇਹ ਬਾਤ ਸਾਡੀ ਸਮਝ 'ਚ ਹੀ ਨਾ ਆਈ, ਸਾਡੀ ਪਕੜ 'ਚ ਹੀ ਨਾ ਆਈ। ਉਦੋਂ ਵੀ ਨਹੀਂ ਆਈ ਕਿ ਸਤਿਗੁਰੂ ਇਹ ਪਤਾ ਨਹੀਂ ਕੀ ਕਹੀ ਜਾਂਦੇ ਨੇ, ਕੀ ਸਮਝਾਉਂਦੇ ਨੇ, ਕੱਖ ਪੱਲੇ ਨਾ ਪਿਆ। ਹੌਲੀ ਹੌਲੀ ਜਦੋਂ ਅਗਲੇ ਦਿਨ ਗੁਰੂ ਘਰ ਆਏ ਨਾ, ਤੇ ਘਰੋਂ ਸੋਚਦੇ ਰਹੇ ਵੀ ਅੱਜ ਨਾ ਸਿਰਫ ਗੁਰੂ ਵਾਸਤੇ ਹੀ ਜਾਣਾ, ਮੈਨੂੰ ਗੁਰੂ ਤੋਂ ਸਿਵਾਏ ਕੁਝ ਦਿਖਣਾ ਹੀ ਨਹੀਂ ਚਾਹੀਦਾ। ਇੱਕ ਗੁਰੂ ਹੀ ਮੇਰਾ ਕੇਂਦਰ ਹੋਵੇ ਕਿ ਗੁਰੂ ਹੀ ਸਭ ਕੁਝ ਹੈ। ਮੈਂ ਗੁਰੂ ਕੋ ਹੀ ਚੱਲਿਆ, ਗੁਰੂ ਦੀਆਂ ਪਰਿਕਰਮਾ ਕਰਨੀਆਂ, ਗੁਰੂ ਨੂੰ ਨਮਸਕਾਰ ਕਰਨਾ, ਸੇਵਾ ਵੀ ਗੁਰੂ ਦੀ, ਮਹਿਮਾ ਜਿਹੜੇ ਬੋਲ ਬੋਲਣੇ ਉਹ ਵੀ ਗੁਰੂ ਦੇ, ਜਿਹੜੀ ਬਾਣੀ ਸੁਣਨੀ ਉਹ ਵੀ ਗੁਰੂ ਦੀ, ਜੋ ਸੋਚਣਾ ਹੈ ਉਹ ਵੀ ਗੁਰੂ ਬਾਰੇ। ਮੇਰਾ ਸਾਰਾ ਕਰਮ ਗੁਰੂ ਤੇ ਹੋਣਾ ਚਾਹੀਦਾ। ਤੇ ਹੈਰਾਨ ਹੋਏ, ਅਜੇ ਸੋਚ ਹੀ ਆਈ, ਅਜੇ ਘਰੋਂ ਤੁਰਨ ਲੱਗੇ ਸੀ ਤੇ ਸਰੀਰ ਜਿਹੜਾ ਸੀ ਉਹ ਆਨੰਦ ਨਾ ਭਰ ਗਿਆ ਤੇ ਖੇੜੇ ਨਾ ਭਰ ਗਿਆ, ਤੇ ਹੰਝੂ ਜਿਹੜੇ ਅੱਖਾਂ 'ਚੋਂ ਵਗਣੇ ਸ਼ੁਰੂ ਹੋ ਗਏ। ਤੇ ਉਸ ਦਿਨ ਡਾਢੇ ਪ੍ਰੀਤਮ ਦੀ ਸਮਝ ਆਈ ਸੀ ਕਿ ਕਦੀ ਕਿਸੇ ਨੂੰ ਖਾਲੀ ਨਹੀਂ ਮੋੜਦਾ। ਉਸ ਦਿਨ ਤੋਂ ਪਤਾ ਲੱਗਾ ਕਿ ਅੱਜ ਤੋਂ ਪਹਿਲਾਂ ਮੈਂ ਕਦੀ ਗੁਰਦੁਆਰੇ ਗਿਆ ਹੀ ਨਹੀਂ ਸੀ, ਭਾਵੇਂ ਮੈਨੂੰ ਕਈ ਸਾਲ ਹੋ ਗਏ ਗੁਰੂ ਘਰ ਜਾਂਦਿਆਂ। ਅੱਜ ਪਹਿਲੀ ਵਾਰ ਮੈਂ ਗੁਰੂ ਘਰ ਆਇਆ ਹੈ, ਅੱਜ ਪਹਿਲੀ ਵਾਰ ਆਪਣੇ ਗੁਰੂ ਦੇ ਰੰਗ 'ਚ ਜਿਹੜਾ ਇਹ ਰੰਗ ਕੇ ਆਇਆ। ਨਹੀਂ ਤੇ ਕਈ ਸਾਲ ਜਾਂਦਾ ਸੀ, ਆਉਂਦਾ ਸੀ, ਜਾਂਦਾ ਸੀ, ਆਉਂਦਾ ਸੀ, ਪਰ ਉਹ ਗੁਰੂ ਦੇ ਰੰਗ ਨੂੰ ਹੀ ਨਹੀਂ ਮਾਣਿਆ। ਕਦੀ ਕਦਾਈ ਸਤਿਗੁਰੂ ਟੁੱਟ ਕੇ ਬਖਸ਼ਿਸ਼ ਕਰ ਦਿੰਦੇ ਸੀ, ਪਰ ਸਮਝ ਨਹੀਂ